किसान है अपना शांतमई अंदोलन लड़ रहे हैं ਤੇ ਤੁਸੀਂ ਸਾਡੇ ਜਿਹੜੇ ਨੌਜਵਾਨ ਆ ਜਾਂ ਸਾਡੇ ਬਜ਼ੁਰਗ ਆ ਉੱਥੋਂ ਤੁਸੀਂ ਕਿਉਂ ਚੱਕੇ ਆ। ਇੱਕ ਪਾਸੇ ਕਹਿੰਦਾ ਮੈਂ ਔਰਤਾਂ ਲਈ ਵਧੀਆ ਸੋਚਦਾ, ਬੇਟੀਆਂ ਪੜਾਓ ਬੇਟੀਆਂ ਬਚਾਓ, ਤਾਂ ਫਿਰ ਉਹਨਾਂ ਨੂੰ ਜੇਲ੍ਹਾਂ 'ਚ ਸਿੱਟਿਆ ਜਾਂਦਾ। ਇਹ ਲੋਕਾਂ ਨੂੰ ਇਹ ਸਾਰੇ ਜਿਹੜਾ ਹੈਗਾ ਛਿੱਕੇ ਟੰਗੇ ਫਾਸ਼ੀਵਾਦੀ ਤਰੀਕੇ ਦੇ ਨਾਲ ਲੋਕਾਂ ਦੇ ਉੱਪਰ ਜਿਹੜਾ ਹੈਗਾ ਹਮਲੇ ਕਰ ਰਹੇ ਆ। ਪੂਰਾ ਤੰਤਰ ਜਿਹੜਾ ਨਿਆਂਪਾਲਿਕਾ ਪੁਲਿਸ ਤੰਤਰ ਜਿਹੜੀ ਆ ਇਹ ਬਕਾਇਦਾ ਜਦੋਂ ਦੀ ਬੀਜੇਪੀ ਗਵਰਨਮੈਂਟ ਆਈ ਆ ਉਹ ਤੋਂ ਬਾਅਦ ਬੜਾ ਤਿੱਖੇ ਹਮਲੇ ਆ ਜਿਹੜੇ ਉਹ ਲੋਕਾਂ ਤੇ ਕਰ ਰਹੀ ਆ। ਇਹ ਜਿਹੜੀ ਮੋਦੀ ਸਰਕਾਰ ਹੈ ਸਿਰੇ ਦੀ ਜਾਬਰ ਧੋਖੇਬਾਜ਼ ਔਰ ਤਾਨਾਸ਼ਾਹ ਸਰਕਾਰ ਹੈ। ਜਦੋਂ ਤੋਂ ਇਹ ਕਿਸਾਨੀ ਘੋਲ ਸ਼ੁਰੂ ਹੋਇਆ ਉਦੋਂ ਤੋਂ ਹੀ ਇਹਦਾ ਜਾਬਰਾਨਾ ਚਿਹਰਾ ਲੋਕਾਂ ਸਾਹਮਣੇ ਆ ਰਿਹਾ। ਚਾਹੇ ਨੌਦੀਪ ਦਾ ਮਾਮਲਾ ਹੋਵੇ ਚਾਹੇ ਦਿਸ਼ਾ ਰਵੀ ਦਾ ਮਾਮਲਾ ਹੋਵੇ, ਇਹ ਡਰ ਜਿਹੜਾ ਪਾ ਕੇ ਇਸ ਲਹਿਰ ਨੂੰ ਕਮਜ਼ੋਰ ਕਰਨ ਦਾ ਯਤਨ ਕਰ ਰਹੀ ਆ, ਪਰ ਇਹ ਲਹਿਰ ਕਮਜ਼ੋਰ ਹੋਣੀ ਨਹੀਂ। ਪੁਲਿਸ ਇੱਕ ਇਹੋ ਜਿਹਾ ਤੰਤਰ ਜਿਹਦੀ ਮੌਜੂਦਗੀ ਦੇ ਵਿੱਚ ਆਮ ਲੋਕ ਆਪਣੇ ਆਪ ਨੂੰ ਸੁਰੱਖਿਅਤ ਸਮਝਣ ਤੇ ਅਪਰਾਧੀਆਂ ਦੇ ਮਨਾਂ ਦੇ ਵਿੱਚ ਖੌਫ ਪੈਦਾ ਹੋਵੇ, ਇਸ ਕਰਕੇ ਪੁਲਿਸ ਦਾ ਗਠਨ ਕੀਤਾ ਗਿਆ ਹੋਂਦ ਦੇ ਵਿੱਚ ਆਉਂਦੀ ਹੈ। ਪਰ ਇਸ ਵੇਲੇ ਕਈ ਸਾਰੀਆਂ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਨਜ਼ਰ ਆਉਂਦੀਆਂ ਨੇ ਜਿਹਦੇ ਵਿੱਚ ਪੁਲਿਸ ਨੂੰ ਦੇਖ ਕੇ ਆਮ ਵਿਅਕਤੀ ਤਾਂ ਖੌਫ ਦੇ ਵਿੱਚ ਨਜ਼ਰ ਆਉਂਦੇ ਨੇ, ਪਰ ਅਪਰਾਧੀ ਬੇਖੌਫ ਆਪਣੀਆਂ ਘਟਨਾਵਾਂ ਨੂੰ ਜਿਹੜਾ ਉਹ ਅੰਜਾਮ ਦਿੰਦੇ ਆ। ਇਸੇ ਤਰ੍ਹਾਂ ਦਿੱਲੀ ਦੇ ਵਿੱਚ ਜੋ ਕੁਝ ਹੋਇਆ, ਦਿੱਲੀ ਪੁਲਿਸ ਦੇ ਵਿਰੁੱਧ ਜਬਰ ਵਿਰੋਧੀ ਦਿਵਸ ਮਨਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਦਿੱਤਾ ਗਿਆ ਸੀ ਔਰ ਅੱਜ ਨਵਾਂ ਸ਼ਹਿਰ ਦੇ ਵਿੱਚ ਉਸੇ ਹੀ ਸੰਯੁਕਤ ਮੋਰਚੇ ਦੇ ਸੱਦੇ ਦੇ ਉੱਤੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਔਰ ਇਸ ਰੋਸ ਮੁਜ਼ਾਹਰੇ ਦੇ ਵਿੱਚ ਬਕਾਇਦਾ ਦਿੱਲੀ ਪੁਲਿਸ ਸਰਕਾਰ ਔਰ ਉਹਨਾਂ ਤਾਕਤਾਂ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ, ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਕਾਰਨ ਪਿਛਲੇ ਲਗਭਗ 3 ਮਹੀਨਿਆਂ ਤੋਂ ਲੋਕਾਂ ਨੂੰ ਦਿੱਲੀ ਦੀ ਸਰਹੱਦ ਤੇ ਬੈਠਣਾ ਪਿਆ ਆ। ਕਈ ਨੌਜਵਾਨ ਗ੍ਰਿਫਤਾਰ ਹੋਏ ਨੇ ਔਰ ਕਈਆਂ ਦਾ ਅਜੇ ਤੱਕ ਕੁਝ ਥੋ ਪਤਾ ਨਹੀਂ ਲੱਗਦਾ। ਸੋ ਇਸ ਕਰਕੇ ਉਹਨਾਂ ਤਮਾਮ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਲਈ ਔਰ ਦਿੱਲੀ ਪੁਲਿਸ ਦੇ ਜ਼ਬਰ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਅੱਜ ਵੱਖ-ਵੱਖ ਜਥੇਬੰਦੀਆਂ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਨਵਾਂ ਸ਼ਹਿਰ ਦੇ ਵਿੱਚ ਰੋਸ ਮੁਜ਼ਾਹਰਾ ਕਰ ਰਹੇ ਨੇ। ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੀਬੀਆਂ ਵੀ ਇਸ ਰੋਸ ਮੁਜ਼ਾਹਰੇ ਦੇ ਵਿੱਚ ਮੌਜੂਦ ਨੇ। ਇਸਤਰੀ ਜਾਗਰਤੀ ਮੰਚ ਤੋਂ ਬੀਬੀ ਗੁਰਬਖਸ਼ ਕੌਰ ਸੰਘਾ ਹੋਰੀ ਸਾਡੇ ਨਾਲ ਮੌਜੂਦ ਨੇ। ਬੀਬੀ ਜੀ, ਅੱਜ ਜ਼ਬਰ ਵਿਰੋਧੀ ਦਿਵਸ ਜਿਹੜਾ ਮਨਾਇਆ ਜਾ ਰਿਹਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ, ਉਹ ਨੌਜਵਾਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਤੇ ਤਸ਼ੱਦਦ ਕੀਤਾ ਗਿਆ, ਦਿੱਲੀ ਪੁਲਿਸ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਕੀ ਕਹਿਣਾ? ਹਾਂਜੀ, ਅਸੀਂ ਕਹਿੰਦੇ ਆ ਵੀ ਅਸੀਂ ਜਿਹੜੇ ਕਿਸਾਨ ਆ ਆਪਣਾ ਸ਼ਾਂਤਮਈ ਅੰਦੋਲਨ ਲੜ ਰਹੇ ਹਾਂ ਤੇ ਤੁਸੀਂ ਸਾਡੇ ਜਿਹੜੇ ਨੌਜਵਾਨ ਆ ਜਾਂ ਸਾਡੇ ਬਜ਼ੁਰਗ ਆ ਉੱਥੋਂ ਤੁਸੀਂ ਕਿਉਂ ਚੱਕੇ ਆ। ਇਹ ਅਸੀਂ ਤਾਂ ਆਪਣੀ ਖੇਤੀ ਹੈ ਜਿਹੜੀ ਉਹਨੂੰ ਬਚਾਉਣਾ ਆ। ਸਾਰੀ ਦੁਨੀਆ ਜਿਹੜੀ ਅਨਾਜ ਖਾਂਦੀ ਹੈ, ਅਨਾਜ ਤੋਂ ਬਗੈਰ ਹੋਰ ਨਹੀਂ ਕੋਈ ਕੁਛ ਖਾ ਸਕਦਾ। ਸੋ ਅਸੀਂ ਆਪਣੇ ਜਿਹੜੇ ਇਹ ਨੌਜਵਾਨ ਆ ਉਹਨਾਂ ਦੇ ਹੱਕ ਵਿੱਚ ਕਿ ਸਾਡੇ ਨੌਜਵਾਨਾਂ ਨੂੰ ਛੱਡਿਆ ਜਾਵੇ। ਨਾਲੇ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਨੇ ਬਹੁਤ ਲੰਬੀ ਸਟਰਗਲ ਲੜੀ ਸੀਗੀ, 9 ਮਹੀਨੇ ਬਾਹਰ ਦੀ ਉਹ ਲੜਾਈ, ਜਿਸ ਵੇਲੇ ਉਹ ਜਿਹੜੇ ਅੰਗਰੇਜ਼ਾਂ ਨੇ ਉਹ ਪਹਿਲਾਂ ਜ਼ਮੀਨਾਂ ਦੇਤੀਆਂ ਥੋੜ੍ਹੇ ਰੇਟਾਂ 'ਤੇ, ਮਗਰ ਉਹਨਾਂ ਦੇ ਉੱਤੇ ਮਾਲਕੀ ਹੱਕ ਵੀ ਨਹੀਂ ਸੀ ਦਿੰਦੇ, ਟੈਕਸ ਵੀ ਬਹੁਤ ਵਧਾ ਦਿੱਤੇ ਸੀ, ਜਿਹੜਾ ਕੋਈ ਦਰਖਤ ਬੂਟਾ ਵੱਢਣ ਚਾਹਵੇ ਉਹ ਵੀ ਅਸੀਂ ਵੱਢਣ ਦਿੰਦੇ। 9 ਮਹੀਨੇ ਸੰਘਰਸ਼ ਨਹੀਂ ਲੜਿਆ, ਆਪਣੇ ਸਾਥੀਆਂ ਨੂੰ ਲੈ ਕੇ ਜਿੱਤ ਪ੍ਰਾਪਤ ਕੀਤੀ ਸੀ। ਇਸੇ ਤਰ੍ਹਾਂ ਅਸੀਂ ਵੀ ਹੁਣ ਆਪਣੇ ਕਿਸਾਨ ਮਜ਼ਦੂਰ ਜੋ ਸਾਰੇ ਲੋਕ ਰਲ ਕੇ ਜਿੱਤ ਪ੍ਰਾਪਤ ਕਰਾਂਗੇ, ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਸਾਹ ਲਵਾਂਗੇ। ਅੱਛਾ, ਨੌਦੀਪ ਕੌਰ ਹੋਰਾਂ ਦੀ ਤਸਵੀਰ ਇੱਥੇ ਲੱਗੀ ਆ ਫਲੈਕਸ ਬੋਰਡ ਦੇ ਉੱਤੇ। ਨੌਦੀਪ ਕੌਰ ਜਿਹੜੀ ਮਜ਼ਦੂਰਾਂ ਦੀ ਲੜਾਈ ਲੜਦੀ ਸੀਗੀ, ਜਿਹੜੀ ਕਿਸਾਨਾਂ ਦੇ ਅੰਦੋਲਨ ਦੇ ਨਾਲ ਹਾਂ 'ਚ ਹਾਂ ਦਾ ਨਾਰਾ ਮਾਰਦੀ ਹੈ, ਉਹ ਨੌਦੀਪ ਕੌਰ ਵੱਲੋਂ ਦਾਅਵਾ ਕੀਤਾ ਗਿਆ ਕਿ ਮੇਰੇ ਨਾਲ ਤਸ਼ੱਦਦ ਕੀਤਾ ਗਿਆ ਜੇਲ੍ਹ ਦੇ ਵਿੱਚ। ਉਹ ਸਾਰਾ ਕੁਝ ਕੀ ਲੱਗਦਾ ਕਿ ਪੁਲਿਸ, ਜੇਲ੍ਹ ਪ੍ਰਸ਼ਾਸਨ ਤੇ ਸਰਕਾਰਾਂ ਜਿਹੜੀ ਨਿਆਂ ਵਿਵਸਥਾ ਆ ਉਹਨੂੰ ਛਿੱਕੇ ਟੰਗੀ ਬੈਠੀਆਂ ਨੇ? ਹਾਂਜੀ, ਬਿਲਕੁਲ ਇਨਸਾਫ ਤਾਂ ਹੈ ਹੀ ਨਹੀਂ। ਪਹਿਲਾਂ ਤਾਂ ਨੌਦੀਪ ਨੂੰ ਫੜਨੇ ਦਾ ਕੀ ਮਤਲਬ ਸੀ? ਉਹ ਕਿਸਾਨਾਂ ਲਈ, ਮਜ਼ਦੂਰਾਂ ਲਈ ਉਹ ਸੰਘਰਸ਼ ਕਰਦੀ ਸੀ। ਜਦ ਸਾਨੂੰ ਫੈਕਟਰੀਆਂ ਦੇ ਵਿੱਚ ਸਾਨੂੰ ਤਨਖਾਹਾਂ ਨਹੀਂ ਮਿਲਣੀਆਂ ਤੇ ਉਹ ਸਾਰੇ ਫੈਕਟਰੀ ਮਾਲਕ ਉਹਨਾਂ ਨੂੰ ਤੰਗ ਪਰੇਸ਼ਾਨ ਕਰੋਗੇ, ਫਿਰ ਸਾਡੀਆਂ ਜਿਹੜੀਆਂ ਜਥੇਬੰਦੀਆਂ ਔਰਤਾਂ ਦੀਆਂ, ਬੰਦਿਆਂ ਦੀਆਂ
ਤੇ ਉਹਦੇ ਵਿੱਚ ਰਲ ਕੇ ਸੰਘਰਸ਼ ਤਾਂ ਕਰਨਗੇ। ਨੌਦੀਪ ਕੌਰ ਵੀ ਇੱਕ ਬਹੁਤ ਆਗੂ ਆ ਲੀਡਰਾਂ ਦੀ, ਜਿਹਨੂੰ ਉੱਥੋਂ ਫੜਿਆ ਗਿਆ। ਨੌਦੀਪ ਕੌਰ ਦੇ ਨਾਲ ਬਹੁਤ ਤਸ਼ੱਦਦ ਹੀ ਨਹੀਂ ਕੀਤਾ ਉੱਥੇ ਉਸ ਲੜਕੀ ਦੇ ਨਾਲ। ਇੱਕ ਪਾਸੇ ਪ੍ਰਧਾਨ ਕਹਿੰਦਾ, ਮੈਂ ਤਾਂ ਕਹਿੰਦਾ ਔਰਤਾਂ ਨੇ ਬਹੁਤ ਵਧੀਆ ਸੋਚਦਾ, ਜੇ ਸਾਡੇ ਬੇਟੀ ਪੜਾਓ ਬੇਟੀ ਵਧਾਓ। ਹਾਂਜੀ, ਇੱਕ ਪਾਸੇ ਇਹ ਕਹਿੰਦਾ ਮੈਂ ਔਰਤਾਂ ਨੇ ਵਧੀਆ ਸੋਚਦਾ, ਬੇਟੀਆਂ ਪੜਾਓ ਬੇਟੀਆਂ ਬਚਾਓ। ਜੇ ਸਾਡੀ ਪੜ੍ਹ ਲਿਖ ਕੇ ਅਕਲ ਵਾਲੀ ਲੜਕੀ ਆ, ਸਮਾਜ ਲਈ ਸੋਚਦੀ ਆ ਕਿ ਸਾਡਾ ਸਮਾਜ ਕਿੱਦਾਂ ਚੰਗਾ ਬਣ ਸਕਦਾ, ਕਿੱਦਾਂ ਇਹ ਜਿਹੜਾ ਰੋਜੀ ਰੋਟੀ ਦਾ ਸਾਧਨ ਸਾਰਿਆਂ ਨੂੰ ਮਿਲੇ, ਤਾਂ ਫਿਰ ਉਹਨਾਂ ਨੂੰ ਜੇਲ੍ਹਾਂ 'ਚ ਸਿੱਟਿਆ ਜਾਂਦਾ। ਮੋਦੀ ਸਰਕਾਰ ਨੂੰ ਤੇ ਬਾਕੀਆਂ ਨੂੰ ਵੀ ਅਸੀਂ ਕਹਿੰਦੇ ਆ, ਪੈਦਾਵਾਰ ਦੇ ਸਾਰੇ ਸਾਧਨ ਸਮੁੱਚੇ ਲੋਕਾਂ ਦੇ ਵਿੱਚ ਵੰਡੇ ਜਾਣੇ ਆ, ਤਦ ਹੀ ਜਿਹੜਾ ਇੱਥੇ ਸ਼ਾਂਤੀ ਰਹਿ ਸਕਦੀ ਆ, ਨਹੀਂ ਤਾਂ ਸੰਘਰਸ਼ ਹੋਣੇ ਆ। ਸੰਘਰਸ਼ ਹੋਣੇ ਆ। ਬੀਬੀ ਗੁਰਬਖਸ਼ ਕੌਰ ਸੰਘਾ, ਜਿਨ੍ਹਾਂ ਨੇ ਲੱਚਰਤਾ ਦੇ ਖਿਲਾਫ, ਜਿਹੜਾ ਪੰਜਾਬੀ ਕਲਚਰ ਦੇ ਵਿੱਚ, ਪੰਜਾਬੀ ਗੀਤਾਂ ਦੇ ਵਿੱਚ ਲੱਚਰਤਾ ਸੀ, ਉਹਦੇ ਖਿਲਾਫ ਵੀ ਇੱਕ ਵੱਡਾ ਸੰਘਰਸ਼ ਵਿੱਢਿਆ ਸੀਗਾ ਔਰ ਕਾਫੀ ਹੱਦ ਤੱਕ ਉਹ ਸਫਲ ਵੀ ਰਿਹਾ ਸੀਗਾ। ਸਾਡੇ ਨਾਲ ਜਥੇਬੰਦੀਆਂ ਦੇ ਕੁਝ ਨੁਮਾਇੰਦੇ ਮੌਜੂਦ ਨੇ। ਆਪਣੀ ਜਥੇਬੰਦੀ ਦਾ ਨਾਮ ਤੇ ਆਪਣਾ ਨਾਮ ਤੇ ਅਹੁਦਾ ਦੱਸ ਦਿਓ ਜੀ। ਮੈਂ ਭੁਪਿੰਦਰ ਸਿੰਘ ਬੜੈਚ, ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ। ਭੁਪਿੰਦਰ ਸਿੰਘ ਜੀ, ਇਹ ਰੋਸ ਮੁਜ਼ਾਹਰਾ ਜਾਂ ਕਹਿ ਲਓ ਕਿ ਦਮਨ ਵਿਰੋਧੀ ਦਿਵਸ ਜਿਹੜਾ ਅੱਜ ਮਨਾਇਆ ਜਾ ਰਿਹਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ, ਪੁਲਿਸ ਜਿਹੜੀ ਹੈ ਲੋਕਾਂ ਦੀ ਸੁਰੱਖਿਆ ਲਈ ਹੁੰਦੀ ਹੈ। ਪੁਲਿਸ ਤੋਂ ਨਿਆਂ ਦੀ ਉਮੀਦ ਕੀਤੀ ਜਾਂਦੀ ਹੈ ਪਹਿਲੇ ਪੱਧਰ ਦੇ ਉੱਤੇ, ਪਰ ਜਦੋਂ ਪੁਲਿਸ ਦੇ ਖਿਲਾਫ ਹੀ ਇਦਾਂ ਦੇ ਮੁਜ਼ਾਹਰੇ ਹੋਣ, ਕਿਹਾ ਜਾਵੇ ਕਿ ਇਹੀ ਦਮਨ ਕਰਦੇ ਆ, ਤੇ ਫਿਰ ਵਿਵਸਥਾ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ, ਇਹ ਜਿਹੜੀ ਪਹਿਲੀ ਵਾਰ ਹਿੰਦੁਸਤਾਨ 'ਚ ਸਰਕਾਰ ਹੈ ਇਦਾਂ ਦੀ, ਇਹ ਫਾਸ਼ੀਵਾਦੀ ਸਰਕਾਰ ਹੈ। ਸੋ ਇਹਦੇ ਜਿਹੜਾ ਹੈਗਾ ਉਹ ਉਹਨਾਂ ਨੇ ਕੋਈ ਨੈਤਿਕਤਾ ਨਹੀਂ, ਕੋਈ ਕਿਸੇ ਕਿਸਮ ਦਾ ਇੱਥੇ ਕਾਨੂੰਨ ਨਹੀਂ ਹੈ। ਜਿਹੜੇ ਹੱਕ ਮੰਗਦੇ ਲੋਕ ਹੈ ਉਹਨਾਂ ਦੇ ਉੱਤੇ ਪਰਚੇ ਦਰਜ ਕਰਦੇ ਆ। ਇਸ ਕਿਸਾਨ ਅੰਦੋਲਨ ਦੇ ਦੌਰਾਨ ਵੀ ਜਿਹੜੇ ਲੋਕ ਕਿਸਾਨ ਅੰਦੋਲਨ ਦੇ ਹੱਕ 'ਚ ਹੈ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਆ ਇਹਨਾਂ ਨੇ, ਤੇ ਬਿਲਕੁਲ ਫੇਕ ਪਰਚੇ ਦਰਜ ਕੀਤੇ ਆ। ਸਾਡੀ ਸਮੁੱਚੀ ਜਿਹੜੀ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਹੈ ਉਹਦੇ ਉੱਤੇ 307 ਦੇ ਪਰਚੇ ਦਰਜ ਕੀਤੇ ਆ, ਜਦ ਕਿ ਉਹਨਾਂ ਨੇ ਕਿਸੇ ਦੇ ਉੱਤੇ ਕੋਈ ਹਮਲਾ ਨਹੀਂ ਕੀਤਾ। ਬੜੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਹੈਗਾ ਸੰਘਰਸ਼ ਜਿਹੜਾ ਲੜਿਆ ਜਾ ਰਿਹਾ। ਇਸੇ ਢੰਗ ਦੇ ਨਾਲ ਜਦੋਂ 26 ਜੂਨ ਨੂੰ ਟਰੈਕਟਰ ਮਾਰਚ ਹੋਇਆ, ਉਹਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਕੋਈ ਉਪੱਦਰ ਨਹੀਂ ਕੀਤਾ, ਕੋਈ ਜਿਹੜਾ ਹੈਗਾ ਕਿਸੇ ਕਿਸਮ ਦੀ ਵਾਇਲੈਂਸ ਨਹੀਂ ਕੀਤੀ ਹੈ। ਤੇ ਉਹ ਸਾਰੇ ਲੋਕਾਂ ਦੇ ਉੱਤੇ ਜਿਹੜਾ ਹੈਗਾ ਵੱਡੀ ਗਿਣਤੀ 'ਚ ਲੋਕਾਂ ਦੇ 120 ਦੇ ਨੇੜੇ ਤੇੜੇ ਲੋਕਾਂ ਦੇ ਉੱਤੇ ਉਹਨਾਂ ਨੇ ਪਰਚੇ ਦਰਜ ਕੀਤੇ ਆ। ਬਹੁਤੇ ਪਰਚੇ 307 ਦੇ ਆ। ਸੋ ਤਿਹਾੜ ਜੇਲ੍ਹ 'ਚ ਉਹਨਾਂ ਨੂੰ ਬੰਦ ਕੀਤਾ। ਸੋ ਜਿਹੜੇ ਲੋਕ ਇਸ ਕਿਸਾਨ ਅੰਦੋਲਨ ਦੇ ਹੱਕ 'ਚ ਵੀ ਕਰਦੇ ਆ ਉਹਨਾਂ ਦੇ ਉੱਪਰ ਵੀ ਪਰਚੇ ਦਰਜ ਕਰਦੇ ਆ। ਬੰਗਲੌਰ ਦੀ 22 ਸਾਲਾਂ ਦੀ ਕੁੜੀ ਦਿਸ਼ਾ ਰਵੀ, ਉਹਨੇ ਟੂਲ ਕਿੱਟ ਜਾਰੀ ਕੀਤੇ ਆ, ਉਹਦੇ 'ਚ ਉਹਨੇ ਕਿਸਾਨਾਂ ਦਾ ਸਮਰਥਨ ਕੀਤਾ ਹੋਇਆ, ਉਹਦੇ ਆਧਾਰ ਤੇ ਉਹਨੂੰ ਗੱਦਾਰ ਕਿਹਾ ਗਿਆ, ਉਹਦੇ ਉੱਤੇ ਜਿਹੜਾ ਪਰਚੇ ਦਰਜ ਕੀਤੇ ਆ। ਕੱਲ ਜਿਹੜਾ ਹੈਗਾ ਉਹ ਜਿਹੜਾ ਜੱਜ ਹੈ ਧਰਮਿੰਦਰ ਰਾਣਾ, ਐਡੀਸ਼ਨਲ ਸੈਸ਼ਨ ਜੱਜ ਹੈ, ਉਹਨੇ ਜਿਹੜਾ ਹੈਗਾ ਇਹ ਭਾਰਤ ਦੀ ਸਰਕਾਰ ਨੂੰ ਫਿੱਟ ਤੁੱਕ ਪਾਈ ਹੈ ਵੀ ਇਹ ਤੁਸੀਂ ਇੱਦਾਂ ਦਾ ਜਿਹੜਾ ਮੁਕੱਦਮਾ ਕਿੱਦਾਂ ਦਰਜ ਕਰ ਸਕਦੇ ਹੋ। ਇਹ ਕਿਸ ਢੰਗ ਦੇ ਨਾਲ ਜਿਹੜਾ ਹੈਗਾ ਦੇਸ਼ ਧਰੋਹ ਹੈ। ਕਿਸੇ ਦੇ ਹੱਕ 'ਚ ਜਿਹੜਾ ਹੈਗਾ ਕੋਈ ਅੰਦੋਲਨ ਦੇ ਹੱਕ 'ਚ ਜਿਹੜਾ ਹੈਗਾ ਬਿਆਨ ਜਾਰੀ ਕਰਨਾ, ਟੂਲ ਕਿੱਟ ਜਾਰੀ ਕਰਨੇ, ਜਾਂ ਜਿਹੜਾ ਹੈਗਾ ਕਿਸੇ ਦੇ ਵਿਚਾਰਾਂ ਨਾਲ ਅਸਹਿਮਤੀ ਪ੍ਰਗਟ ਕਰਨੀ, ਇਹ ਕਿਸੇ ਤਰ੍ਹਾਂ ਵੀ ਜਿਹੜਾ ਹੈਗਾ ਗੈਰ ਵਾਜਬ ਨਹੀਂ। ਇਸ ਕਰਕੇ ਕੋਈ ਉਹਦੇ 'ਤੇ ਮੁਕੱਦਮਾ ਦਰਜ ਨਹੀਂ ਹੋ ਸਕਦਾ। ਪੰਜਾਬ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਲੋਕ ਇਸੇ ਕਰਕੇ ਜੇਲ੍ਹਾਂ 'ਚ ਬੰਦ ਹੈ, ਬੁੱਧੀਜੀਵੀ ਜੇਲ੍ਹਾਂ 'ਚ ਬੰਦ ਹੈ, ਜਿਨ੍ਹਾਂ ਦੀ ਬੀਜੇਪੀ ਦੀ ਸਰਕਾਰ ਦੇ ਨਾਲ ਜਾਂ ਆਰਐਸਐਸ ਦੀ ਵਿਚਾਰਧਾਰਾ ਦੇ ਨਾਲ ਵਿਰੋਧਤਾ ਹੈ। ਅੱਛਾ, ਵਿਚਾਰਾਂ ਦੀ ਵਿਰੋਧਤਾ ਤਾਂ ਹਰ ਜਗ੍ਹਾ, ਇਹ ਸਾਡਾ ਮੁਲਕ ਵਿਚਾਰਾਂ ਦੀ ਵਿਰੋਧਤਾ ਦਾ ਹੱਕ ਵੀ ਦਿੰਦਾ। ਇਹ ਕੁਦਰਤ ਸਾਨੂੰ ਕਹਿੰਦੀ ਹੈ ਕਿ ਤੁਸੀਂ ਵਿਚਾਰਾਂ ਦੀ ਵਿਰੋਧਤਾ ਰੱਖ ਸਕਦੇ ਹੋ, ਤੁਹਾਡੇ ਨਿੱਜੀ ਵਿਚਾਰ ਕਿਸੇ ਤਰੀਕੇ ਦੇ ਵੀ ਹੋ ਸਕਦੇ, ਪਰ ਤੁਹਾਡੇ ਵਿਚਾਰਾਂ ਦੀ ਵਿਰੋਧਤਾ ਨੂੰ ਦੇਸ਼ ਧਰੋਹ ਗਰਦਾਨ ਦਿੱਤਾ ਜਾਵੇ। ਖਾਸ ਤੌਰ ਤੇ ਇਸ ਸੱਤਾ ਦੇ ਵਿੱਚ ਜੇ ਕੋਈ ਸਰਕਾਰ ਦੀ ਵੀ ਆਲੋਚਨਾ ਕਰਦਾ ਤੇ ਕਹਿੰਦੇ ਜੀ ਦੇਸ਼ ਦੀ ਆਲੋਚਨਾ ਕਰਦਾ। ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਅਸੀਂ ਤਾਂ ਇਹਨੂੰ ਪਹਿਲਾਂ ਹੀ ਕਹਿੰਦੇ ਸੀ ਵੀ ਇਹ ਜਿਹੜੀ ਸਟੇਟ ਹੈ ਇਹ ਕੋਈ ਜਿਹੜਾ ਹੈਗਾ ਬਹੁਤ ਡੈਮੋਕ੍ਰੈਟਿਕ ਸਟੇਟ ਨਹੀਂ ਹੈ। ਪਹਿਲਾਂ ਵੀ ਮਨੁੱਖੀ ਹੱਕਾਂ ਦਾ ਜਿਹੜਾ ਹੈਗਾ ਘਾਣ ਹੁੰਦਾ ਰਿਹਾ, ਪਰ ਇਸ ਸਰਕਾਰ ਦੇ ਆਉਣ ਤੋਂ ਬਾਅਦ ਇਹ 7 ਸਾਲ ਦੇ ਦੌਰਾਨ ਲੋਕਾਂ ਦੇ ਉੱਤੇ ਜਿਹੜੇ ਇਹਨਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਸੀਗੇ, ਉਹਨਾਂ ਨੂੰ ਸੜਕਾਂ ਦੇ ਉੱਪਰ ਮੌਬ ਲਿੰਚਿੰਗ ਕੀਤੀ ਹੈ, ਲੋਕਾਂ ਨੂੰ ਵੱਡੀ ਪੱਧਰ ਤੇ ਮਾਰਿਆ। ਇਹਨਾਂ ਦਾ ਕੋਈ ਹੋਰ ਏਜੰਡਾ ਨਹੀਂ ਹੈ, ਕੋਈ ਹੋਰ ਏਜੰਡਾ ਨਹੀਂ ਹੈ ਇਹਨਾਂ ਦਾ। ਸੋ ਇਸ ਕਰਕੇ ਜਿਹੜਾ ਹੈਗਾ ਇਹ ਲੋਕਾਂ ਨੂੰ ਇਹ ਸਾਰੇ ਜਿਹੜਾ ਹੈਗਾ ਛਿੱਕੇ ਟੰਗੇ ਫਾਸ਼ੀਵਾਦੀ ਤਰੀਕੇ ਦੇ ਨਾਲ ਲੋਕਾਂ ਦੇ ਉੱਪਰ ਜਿਹੜਾ ਹੈਗਾ ਹਮਲੇ ਕਰ ਰਹੇ ਆ ਔਰ ਲੋਕਾਂ ਨੂੰ ਮਾਰ ਰਹੇ ਆ। ਇਹ ਕੋਈ ਡੈਮੋਕ੍ਰੇਸੀ ਨਹੀਂ ਹੈ। ਡੈਮੋਕ੍ਰੇਸੀ ਨਹੀਂ ਹੈ, ਲੋਕਤੰਤਰ, ਜਿਹਨੂੰ ਮੁਲਕ ਦਾ ਸਭ ਤੋਂ ਵੱਡਾ, ਦੇਸ਼ ਦਾ ਜਿਹੜਾ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਹਿੰਦੇ ਆ, ਤੇ ਉੱਥੇ ਹੀ ਇਹ ਕਿਹਾ ਜਾ ਰਿਹਾ ਰੋਸ ਮੁਜ਼ਾਹਰਿਆਂ ਦੇ ਦੌਰਾਨ ਕਿ ਇਹਦੇ ਵਿੱਚ ਲੋਕਤੰਤਰ ਹੈ ਹੀ ਨਹੀਂ ਹੈ, ਡੈਮੋਕ੍ਰੇਸੀ ਹੈ ਹੀ ਨਹੀਂ ਹੈ। ਆਪਾਂ ਕੁਝ ਹੋਰ ਨੁਮਾਇੰਦਿਆਂ ਨਾਲ ਗੱਲਬਾਤ ਕਰਨੀ ਆ। ਆਪਣਾ ਨਾਮ, ਜਥੇਬੰਦੀ ਦਾ ਨਾਮ ਤੇ ਅਹੁਦਾ ਵੀ ਨਾਲ ਹੀ ਦੱਸ ਦਿਓ। ਮੈਂ ਕੁਲਵਿੰਦਰ ਸਿੰਘ ਬੜੈਚ, ਸੂਬਾ ਪ੍ਰਧਾਨ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ।
ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਕੀਤਾ ਜਾ ਰਿਹਾ। ਅਸਲ 'ਚ ਇਹ ਪ੍ਰੋਗਰਾਮ ਸਰਕਾਰੀ ਦਮਨ ਹੈ, ਜਬਰ ਹੈ ਜੋ ਦੇਸ਼ ਦੇ ਅੰਦਰ ਕੀਤਾ ਜਾ ਰਿਹਾ, ਉਹਦੇ ਖਿਲਾਫ ਹੈ ਕਿ ਸਰਕਾਰ ਜਿਹੜੇ ਵੀ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਗਲਤ ਢੰਗ ਦੇ ਨਾਲ ਆਪਣਾ ਹੀ ਵਰਤਾਂਤ ਸਿਰਜ ਕੇ ਜਿਹੜਾ ਉਹ ਪਸਾ ਰਹੀ ਹੈ, ਚਾਹੇ ਉਹ ਬੁੱਧੀਜੀਵੀ ਹੋਣ ਜਾਂ ਉਹ ਪੱਤਰਕਾਰ ਹੋਣ ਜਾਂ ਉਹ ਜਿਹੜੇ ਕਿਸਾਨ ਹੈ ਜਾਂ ਮਜ਼ਦੂਰ ਸੰਘਰਸ਼ ਕਰਦੇ ਆ, ਨੌਦੀਪ ਹੋਵੇ, ਰਵੀ ਦਿਸ਼ਾ ਹੋਵੇ ਜਾਂ ਕੋਈ ਬਰਬਰਾ ਰਾਓ ਹੋਣ, ਜਿਹੜੇ ਵੀ ਹੈ ਉਹਨਾਂ ਲੋਕਾਂ ਨੂੰ ਉਹ ਜੇਲ੍ਹਾਂ 'ਚ ਸੁੱਟਿਆ ਜਾ ਰਿਹਾ। ਸੋ ਉਹਦੇ ਖਿਲਾਫ ਹੈ ਕਿ ਇਹ ਜਿਹੜਾ ਗੈਰ ਕਾਨੂੰਨੀ ਢੰਗ ਨਾਲ UAPA ਲਾ ਕੇ ਤੁਸੀਂ ਜਿਹੜਾ ਲੋਕਾਂ ਨੂੰ ਅੰਦਰ ਕਰ ਰਹੇ ਹੋ ਇਹ ਗਲਤ ਹੈ। ਔਰ 2020 'ਚ ਹੀ ਪੰਜਾਬ 'ਚ ਹੀ UAPA ਦੀ ਵਰਤੋਂ ਕਰਦਿਆਂ 400 ਬੰਦੇ ਤੇ ਕੇਸ ਦਰਜ ਕੀਤਾ ਗਿਆ, ਜਿਹੜਾ ਪ੍ਰੂਵ ਜਿਹੜਾ ਸਿਰਫ ਇੱਕ ਬੰਦੇ ਤੇ ਹੋਇਆ ਔਰ 2 ਬੰਦਿਆਂ ਤੇ, ਔਰ 2 ਨੂੰ ਸਜ਼ਾ ਹੋਈ ਹੈ। ਇਦਾਂ ਹੀ ਜਦੋਂ ਚੀਜ਼ ਹੋਰ ਮੈਂ ਜਾਣਨੀ ਚਾਹੁੰਦਾ, ਜਿਹੜੀ ਪ੍ਰਮੁੱਖਤਾ ਦੇ ਆਧਾਰ ਤੇ ਨਿਆਂ ਵਿਵਸਥਾ ਦੀ ਗੱਲ ਕਰਦੇ ਆ ਤੇ ਇਸ ਪੁਲਸੀਆ ਤੰਤਰ ਦੀ ਗੱਲ ਕਰ ਲਈਏ ਤੇ ਉਮੀਦ ਆਮ ਵਿਅਕਤੀ ਨੂੰ ਸਿਰਫ ਤੇ ਸਿਰਫ ਇਸ ਪੁਲਸੀਆ ਤੰਤਰ ਤੋਂ ਹੁੰਦੀ ਹੈ ਪਹਿਲ ਦੇ ਆਧਾਰ ਤੇ। ਅਸੀਂ ਲੋਕਤੰਤਰ ਦੇ ਵਿੱਚ ਉਮੀਦ ਵੀ ਇਹੀ ਰੱਖਦੇ ਹਾਂ ਕਿ ਇਹਨਾਂ ਨੇ ਹੀ ਸਾਰਾ ਕੁਝ ਕਰਨਾ ਹੁੰਦਾ, ਪਰ ਜਦੋਂ ਇਹਨਾਂ ਦੇ ਖਿਲਾਫ ਹੀ ਆਵਾਜ਼ਾਂ ਉੱਠਣ ਲੱਗ ਪੈਣ ਤਾਂ ਫਿਰ ਆਮ ਵਿਅਕਤੀ ਜਿਹੜਾ ਉਹ ਨਿਆਂ ਦੀ ਦਰਕਾਰ ਕਿੱਥੋਂ ਰੱਖੇ? ਦੇਖੋ, ਪੁਲਿਸ ਤੰਤਰ ਤਾਂ ਜਿਹੜੀ ਹੈ ਉਹ ਤਾਂ ਗੱਲ ਬਹੁਤ ਪਿੱਛੇ ਰਹਿ ਗਈ ਹੈ। ਜਿਹੜੀ ਸਾਡੇ ਨਿਆਂ ਤੰਤਰ ਹੈ ਉਹਦੇ ਉੱਤੇ ਜਿਹੜੇ ਸਵਾਲ ਖੜੇ ਹੋ ਗਏ ਆ, ਉਹਦੇ ਤੇ ਉਂਗਲੀ ਉੱਠਣੀ ਸ਼ੁਰੂ ਹੋ ਗਈ ਆ। ਨਿਆਂਪਾਲਿਕਾ ਜਿਹੜੀ ਆ ਉਹ ਗੈਰ ਕਾਨੂੰਨੀ ਕਾਰਵਾਈਆਂ ਜਿਹੜੀ ਕਰ ਰਹੀ ਆ, ਉਹ ਲੋਕ ਵਿਰੋਧੀ ਫੈਸਲੇ ਜਿਹੜੇ ਆ ਉਹ ਦੇ ਰਹੀ ਆ, ਔਰ ਜਿਹੜੇ ਫੈਸਲਿਆਂ ਤੇ ਸੁਣਵਾਈ ਕਰਨ ਦੀ ਲੋੜ ਸੀ, ਹੁਣ ਵੀ ਕਿਸਾਨਾਂ ਦਾ ਜਿਹੜਾ ਮਾਮਲਾ ਹੈ ਇਹਦੇ ਵਿੱਚ ਨਿਆਂਪਾਲਿਕਾ ਨੇ ਇਸ ਤੇ ਤਾਂ ਕੋਈ ਜਿਹੜਾ ਫੈਸਲਾ ਨਹੀਂ ਦਿੱਤਾ ਕਿ ਕਾਨੂੰਨ ਬਣਾਉਣੇ ਸਟੇਟ ਸਬਜੈਕਟ ਹੈ ਜਾਂ ਜਿਹੜੇ ਸੈਂਟਰ ਦਾ ਅਧਿਕਾਰ ਹੈ। ਇਹ ਤੇ ਉਹਨਾਂ ਨੂੰ ਫੈਸਲਾ ਦੇਣਾ ਚਾਹੀਦਾ ਸੀ ਕਿ ਇਹ ਸਟੇਟ ਸਬਜੈਕਟ ਹੈ, ਸੈਂਟਰ ਦਾ ਅਧਿਕਾਰ ਨਹੀਂ ਹੈ। ਆਪਣੇ ਆਪ ਹੀ ਕਾਨੂੰਨ ਜਿਹੜੇ ਰੱਦ ਹੋ ਜਾਣੇ ਸੀ। ਇਸੇ ਢੰਗ ਦੇ ਨਾਲ ਜੰਮੂ ਕਸ਼ਮੀਰ ਦੇ ਸਵਾਲ ਦੇ ਉੱਤੇ ਜਿਹੜਾ ਨਿਆਂਪਾਲਿਕਾ ਦਾ ਰੋਲ ਹੈ ਉਹ ਵੀ ਬੜਾ ਹੀ ਦੇਖਣ ਵਾਲਾ। ਇਹ ਪੂਰਾ ਹੀ ਤੰਤਰ ਜਿਹੜਾ ਨਿਆਂਪਾਲਿਕਾ ਪੁਲਿਸ ਤੰਤਰ ਜਿਹੜੀ ਹੈ ਇਹ ਬਕਾਇਦਾ ਜਦੋਂ ਦੀ BJP ਗਵਰਨਮੈਂਟ ਆਈ ਹੈ ਉਹ ਤੋਂ ਬਾਅਦ ਬੜਾ ਹੀ ਤਿੱਖੇ ਹਮਲੇ ਆ ਜਿਹੜੇ ਉਹ ਲੋਕਾਂ ਤੇ ਕਰ ਰਹੀ ਆ। ਤੇ ਤੁਸੀਂ ਦੇਖੋ, ਨੈਸ਼ਨਲ ਕ੍ਰਾਈਮ ਬਿਊਰੋ ਦੀ ਰਿਕਾਰਡ ਦੀ ਰਿਪੋਰਟ ਹੈ ਕਿ 19,000 ਤੋਂ ਉੱਪਰ ਜਿਹੜਾ ਲੋਕਾਂ ਦੇ ਉੱਤੇ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕੀਤੇ ਗਏ, ਔਰ ਉਹਨਾਂ ਚੋਂ 65% ਪਿਛਲੇ 6 ਸਾਲਾਂ 'ਚ ਦਰਜ ਹੋਏ ਆ। ਔਰ ਉਹਨਾਂ ਦੇ ਵਿੱਚੋਂ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਬਹੁਤੇ ਪ੍ਰੂਵ ਨਹੀਂ ਹੁੰਦੇ ਜਦੋਂ ਅਦਾਲਤਾਂ ਦੇ ਵਿੱਚ ਜਾਂਦੇ ਆ, ਸਿਰਫ ਮਾਮਲੇ ਦਰਜ ਕਰ ਦਿੱਤੇ ਜਾਂਦੇ ਆ। ਨੁਕਤੇ ਬਹੁਤ ਸਾਰੇ ਨੇ ਕਿ ਨਿਆਂ ਤੰਤਰ ਦੇ ਉੱਤੇ ਵੀ, ਪੁਲਸੀਆ ਤੰਤਰ ਦੇ ਉੱਤੇ ਵੀ, ਪ੍ਰਸ਼ਾਸਨ ਦੇ ਉੱਤੇ ਵੀ, ਕੁੱਲ ਮਿਲਾ ਕੇ ਸੱਤਾ ਜਿਹੜੀ ਇਸ ਸਾਰੇ ਸਿਸਟਮ ਨੂੰ ਸੰਭਾਲਦੀ ਹੈ, ਸਾਰੇ ਦੇ ਉੱਤੇ ਪ੍ਰਸ਼ਨ ਚਿੰਨ੍ਹ ਇਸ ਅੰਦੋਲਨ ਤੋਂ ਬਾਅਦ ਹੀ ਨਹੀਂ ਬਲਕਿ ਇਹਦੇ ਤੋਂ ਪਹਿਲਾਂ ਵੀ ਸਮਾਂ ਬਾ ਸਮਾਂ ਜਿਹੜਾ ਉਹ ਪ੍ਰਸ਼ਨ ਚਿੰਨ੍ਹ ਲੱਗਦੇ ਰਿਹਾ। ਕੁਝ ਹੋਰ ਨੁਮਾਇੰਦੇ ਨੇ, ਆਪਣਾ ਨਾਮ ਦੱਸ ਦਿਓ, ਜਥੇਬੰਦੀ ਦਾ ਨਾਮ ਤੇ ਅਹੁਦਾ। ਜਸਵੀਰ ਦੀਪ, ਜਮਹੂਰੀ ਅਧਿਕਾਰ ਸਭਾ ਦਾ ਜ਼ਿਲ੍ਹਾ ਸੈਕਟਰੀ। ਇਹ ਜਿਹੜੀ ਮੋਦੀ ਸਰਕਾਰ ਹੈ ਸਿਰੇ ਦੀ ਜਾਬਰ, ਧੋਖੇਬਾਜ਼ ਔਰ ਤਾਨਾਸ਼ਾਹ ਸਰਕਾਰ ਹੈ। ਜਦੋਂ ਤੋਂ ਇਹ ਕਿਸਾਨੀ ਘੋਲ ਸ਼ੁਰੂ ਹੋਇਆ ਉਦੋਂ ਤੋਂ ਹੀ ਇਹਦਾ ਜਾਬਰਾਨਾ ਚਿਹਰਾ ਲੋਕਾਂ ਸਾਹਮਣੇ ਆ ਰਿਹਾ। 200 ਤੋਂ ਵੱਧ ਕਿਸਾਨ ਜਿਹੜੇ ਆ ਆਪ ਸ਼ਹੀਦ ਹੋ ਚੁੱਕੇ ਆ ਇਸ ਘੋਲ ਦੇ ਵਿੱਚ, ਪਰ ਇਸ ਪੱਥਰ ਦਿਲ ਤਾਨਾਸ਼ਾਹ ਮੋਦੀ ਸਰਕਾਰ ਦੇ ਅੱਖ ਦੇ ਵਿੱਚੋਂ ਇੱਕ ਅਥਰੂ ਨਹੀਂ ਡਿੱਗਿਆ ਔਰ ਇੱਕ ਸ਼ਬਦ ਵੀ ਉਹਨਾਂ ਸ਼ਹੀਦ ਹੋਏ ਕਿਸਾਨਾਂ ਲਈ ਇਸ ਮੋਦੀ ਸਰਕਾਰ ਦੀ ਜ਼ੁਬਾਨ ਚੋਂ ਨਹੀਂ ਨਿਕਲਿਆ। ਤੁਸੀਂ ਅਥਰੂ ਦੀ ਗੱਲ ਕੀਤੀ, ਮੈਨੂੰ ਯਾਦ ਆ ਗਿਆ ਪ੍ਰਧਾਨ ਮੰਤਰੀ ਸਾਹਿਬ ਰਾਜ ਸਭਾ ਦੇ ਵਿੱਚ ਰੋਏ ਸੀ। ਗੁਲਾਮ ਨਬੀ ਆਜ਼ਾਦ ਹੋਰੀ ਰਿਟਾਇਰ ਹੋ ਰਿਹਾ ਸੀ, ਇੱਕ ਤਰੀਕੇ ਨਾਲ ਲੱਗਦਾ ਸੀ ਦੁਬਾਰਾ ਨਹੀਂ ਉਹਨਾਂ ਨੇ ਰਾਜ ਸਭਾ 'ਚ ਆਉਣਾ, ਤੇ ਉਦੋਂ ਉਹ ਰੋਏ ਸੀਗੇ। ਤੇ ਉਹਨਾਂ ਲਈ ਤਾਂ ਹੰਝੂ ਜਿਹੜੇ ਡਿੱਗਦੇ ਨੇ, ਕਿਸਾਨਾਂ ਲਈ ਹੰਝੂ ਨਹੀਂ ਡਿੱਗਦੇ। ਜਦੋਂ 2 ਮਿੰਟ ਦਾ ਰਾਹੁਲ ਗਾਂਧੀ ਮੌਨ ਰੱਖਣ ਦੀ ਗੱਲ ਕਰਦੇ ਆ ਸੰਸਦ ਦੇ ਵਿੱਚ, ਉਦੋਂ BJP ਵਾਲੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਆ। ਇਹ ਜਿਹੜੀ ਮੋਦੀ ਸਰਕਾਰ ਤਾਨਾਸ਼ਾਹ ਸਰਕਾਰ ਤਾਂ ਹੈ ਹੀ ਹੈ, ਪਰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਹੁਤ ਬੜਾ ਇੱਕ ਡਰਾਮੇਬਾਜ਼ ਵੀ ਆ। ਇਹ ਜਿਹੜਾ ਗੁਲਾਮ ਨਬੀ ਆਜ਼ਾਦ ਦੀ ਵਿਦਾਇਗੀ ਤੇ ਅਥਰੂ ਵਹਾਉਂਦਾ, ਉਹ ਇਹ ਤੋਂ ਵੱਡੇ ਡਰਾਮੇਬਾਜ਼ੀ ਕੋਈ ਹੋਰ ਹੋ ਨਹੀਂ ਸਕਦੀ। ਪਰ ਜਿਹੜੇ ਕਿਸਾਨ ਸ਼ਹੀਦ ਹੋ ਗਏ ਆ ਉਹਨਾਂ ਲਈ 2 ਮਿੰਟ ਦਾ ਸਮਾਂ ਨਾ ਇਸ ਸੰਸਦ ਕੋਲ ਆ ਔਰ ਨਾ BJP ਦੇ ਆਗੂਆਂ ਕੋਲ। ਇਸ ਤੋਂ ਇਲਾਵਾ ਜੇ ਆਪਾਂ ਮੌਜੂਦਾ ਪ੍ਰਸਥਿਤੀਆਂ ਦੇ ਵਿੱਚ ਦੇਖਦੇ ਹਾਂ, ਜਿੱਦਾਂ ਨੌਦੀਪ ਕੌਰ ਦੀ ਗ੍ਰਿਫਤਾਰੀ ਹੋਈ ਆ, ਰਣਜੀਤ ਹੋਰਾਂ ਦੀ ਗ੍ਰਿਫਤਾਰੀ ਹੁੰਦੀ ਆ, ਬਹੁਤ ਸਾਰੇ ਨੌਜਵਾਨ ਇੱਦਾਂ ਦੇ ਆ ਜਿਹੜੇ ਕਹਿੰਦੇ ਅਸੀਂ ਉਸ 26 ਤਰੀਕ ਦੇ ਘਟਨਾਕ੍ਰਮ ਤੋਂ ਬਾਅਦ
ਜ਼ਰਾ ਬਾਹਰ ਗਏ, ਬਿਜਲੀ ਕੱਟੀ ਆ, ਮੋਮਬੱਤੀਆਂ ਖਰੀਦਣ ਗਏ ਤਾਂ ਉਹਨਾਂ ਨੂੰ ਪੁਲਿਸ ਨੇ ਚੱਕ ਲਿਆ, ਕਿਤੇ ਭੁੱਲੇ ਆ ਰਾਹ ਪੁੱਛ ਲਿਆ ਤਾਂ ਉਹਨਾਂ ਨੂੰ ਚੁੱਕ ਲਿਆ, ਕਿਤੇ ਕਿਸੇ ਦੀ ਕੋਈ ਗੱਡੀ ਖੜੀ ਆ ਉਹਦੀ ਗੱਡੀ ਦੀ ਪਛਾਣ ਕਰਕੇ ਤਾਂ ਉਹਨੂੰ ਨੋਟਿਸ ਭੇਜਤਾ। ਉਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ? ਇੱਕ ਡੈਮੋਕ੍ਰੈਟਿਕ ਦੇਸ਼ ਦੇ ਵਿੱਚ ਆਪਣੀ ਗੱਲ ਕਹਿਣ ਦਾ, ਆਪਣੇ ਵਿਚਾਰ ਪ੍ਰਗਟ ਕਰਨ ਦਾ, ਸੰਘਰਸ਼ ਕਰਨ ਦਾ, ਰੈਲੀਆਂ ਕਰਨ ਦਾ, ਮੁਜ਼ਾਹਰੇ ਕਰਨ ਦਾ ਹਰ ਇੱਕ ਨੂੰ ਅਧਿਕਾਰ ਹੈ। ਇਹ ਸਰਕਾਰ ਜਿਹੜੀ ਆ ਇਹ ਅਧਿਕਾਰ ਵੀ ਲੋਕਾਂ ਕੋਲੋਂ ਖੋਹ ਰਹੀ ਆ ਔਰ ਜਥੇਬੰਦੀਆਂ ਦੇ ਆਗੂਆਂ ਉੱਤੇ, ਚਾਹੇ ਉਹ ਮਜ਼ਦੂਰ ਆਗੂ ਚਾਹੇ ਕਿਸਾਨ ਆਗੂ ਆ, ਝੂਠੇ ਕੇਸ ਮੜ ਰਹੀ ਆ। ਇੱਕ ਡਰ ਨੂੰ ਜਿਹੜਾ ਇਹ ਸਰਕਾਰ ਹਥਿਆਰ ਵਜੋਂ ਵਰਤ ਰਹੀ ਆ, ਚਾਹੇ ਨੌਦੀਪ ਦਾ ਮਾਮਲਾ ਹੋਵੇ, ਚਾਹੇ ਦਿਸ਼ਾ ਰਵੀ ਦਾ ਮਾਮਲਾ ਹੋਵੇ। ਇਹ ਡਰ ਜਿਹੜਾ ਪਾ ਕੇ ਇਸ ਲਹਿਰ ਨੂੰ ਕਮਜ਼ੋਰ ਕਰਨ ਦਾ ਯਤਨ ਕਰ ਰਹੀ ਆ, ਪਰ ਇਹ ਲਹਿਰ ਕਮਜ਼ੋਰ ਹੋਣੀ ਨਹੀਂ। ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤੇ ਜਾ ਰਹੇ ਆ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅੱਜ ਜ਼ਬਰ ਵਿਰੋਧੀ ਦਿਵਸ ਮਨਾਉਂਦਿਆਂ ਹੋਇਆਂ। ਲੱਗਦਾ ਹੈ ਕਿ ਦੇਸ਼ ਦਾ ਰਾਸ਼ਟਰਪਤੀ ਇਹ ਜਿਹੜੇ ਮੰਗ ਪੱਤਰ ਦਿੱਤੇ ਜਾਣੇ ਆ ਉਹਨਾਂ ਦਾ ਕੋਈ ਲਏਗਾ, ਧਿਆਨ ਦੇਗਾ ਉਹਨਾਂ ਦੇ ਉੱਤੇ, ਜਦ ਕਿ ਇਹ ਕਾਲੇ ਕਾਨੂੰਨ ਜਿਨ੍ਹਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਰਾਸ਼ਟਰਪਤੀ ਦੀ ਮੋਹਰ ਤੋਂ ਬਾਅਦ ਤਾਂ ਹੋਂਦ ਦੇ ਵਿੱਚ ਆਉਂਦੇ ਆ। ਦੇਸ਼ ਦਾ ਰਾਸ਼ਟਰਪਤੀ ਜਿਹੜਾ, ਉਹਦੇ ਕੋਲ ਦੇਸ਼ ਦਾ ਸਭ ਤੋਂ ਵੱਡਾ ਸੰਵਿਧਾਨਿਕ ਅਹੁਦਾ ਆ। ਉਹਦਾ ਫਰਜ਼ ਬਣਦਾ ਕਿ ਬੀਜੇਪੀ ਸਰਕਾਰ ਤੋਂ ਜਰਾ ਪਾਸੇ ਹੋ ਕੇ ਉਹ ਸਾਰੇ ਦੇਸ਼ ਦੀ ਨੁਮਾਇੰਦਗੀ ਕਰਦਾ। ਲੋਕਾਂ ਦੀ ਜਿਹੜੀ ਪੂਰੇ ਦੇਸ਼ ਦੀ ਆਵਾਜ਼ ਆ, ਸਿਰਫ ਕਿਸਾਨਾਂ ਦੀ ਨਹੀਂ, ਇਹਦੇ 'ਚ ਮਜ਼ਦੂਰਾਂ, ਔਰਤਾਂ, ਵਿਦਿਆਰਥੀਆਂ, ਨੌਜਵਾਨਾਂ ਦੀ ਵੀ ਆਵਾਜ਼ ਸ਼ਾਮਲ ਆ। ਇਹ ਆਵਾਜ਼ ਸੁਣਨੀ ਚਾਹੀਦੀ, ਉੱਤੇ ਅਮਲ ਕਰਨਾ ਚਾਹੀਦਾ। ਸੰਵਿਧਾਨਕ ਅਹੁਦਾ ਆ ਔਰ ਸੰਵਿਧਾਨਕ ਅਹੁਦੇ ਤੇ ਬੈਠਿਆ ਹੋਇਆ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਸੱਤਾ ਦੇ ਪ੍ਰਭਾਵ ਤੋਂ ਜਾਂ ਫਿਰ ਗੱਲ ਕਹਿ ਲਈ ਜਾਵੇ ਕਿ ਪਾਰਟੀ ਦੇ ਪ੍ਰਭਾਵ ਤੋਂ ਥੋੜਾ ਜਿਹਾ ਅਲੱਗਾ ਹੋ ਕੇ ਜਿਹੜਾ ਉਹ ਸੰਵਿਧਾਨਕ ਅਹੁਦੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਕਹਿਣਾ ਆ। ਇਹ ਲੋਕਾਂ ਦਾ ਇਕੱਠ, ਹੱਥਾਂ ਦੇ ਵਿੱਚ ਝੰਡੇ, ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਲੱਗ ਰਹੇ ਨਾਅਰੇ ਇਸ ਗੱਲ ਦਾ ਸਬੂਤ ਨੇ ਕਿ ਜਿਹੜਾ ਇਹ ਲਗਾਤਾਰ ਵਿਰੋਧ ਜਿਹੜਾ ਉਹ ਜਾਰੀ ਰਹੇਗਾ। ਇਹ ਬੀਬੀਆਂ ਦੀ ਗਿਣਤੀ ਆਮ ਤੌਰ ਤੇ ਜਿਹੜੀ ਆ ਸ਼ਮੂਲੀਅਤ ਔਰਤਾਂ ਦੀ ਬਹੁਤ ਘੱਟ ਹੁੰਦੀ ਹੈ ਧਰਨਿਆਂ ਦੇ ਵਿੱਚ, ਪਰ ਇਸ ਵਾਰ ਜਿਹੜਾ ਆ ਕੇਂਦਰ ਸਰਕਾਰ ਦੇ ਖਿਲਾਫ ਚਾਹੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋਵੇ ਜਾਂ ਫਿਰ ਪੁਲਸੀਆ ਕਾਰਵਾਈ ਦੇ ਵਿਰੁੱਧ ਅੱਜ ਜ਼ਬਰ ਵਿਰੋਧੀ ਦਿਵਸ ਮਨਾਏ ਜਾਣ ਦੀ ਗੱਲ ਹੋਵੇ, ਉਹਨੂੰ ਲੈ ਕੇ ਵੱਡੇ ਪੱਧਰ ਤੇ ਅੱਧੀ ਆਬਾਦੀ ਵੀ ਬਕਾਇਦਾ ਮੋਢੇ ਨਾਲ ਮੋਢਾ ਜੋੜ ਕੇ ਇਸ ਸਮੇਂ ਇਸ ਅੰਦੋਲਨ ਦੇ ਵਿੱਚ, ਇਸ ਰੋਸ ਮੁਜ਼ਾਹਰੇ ਦੇ ਵਿੱਚ ਲਗਾਤਾਰ ਜਿਹੜੀ ਆ ਉਹ ਆਵਾਜ਼ ਬੁਲੰਦ ਕਰ ਰਹੀ ਹੈ। ਇਹ ਜਥੇਬੰਦੀਆਂ ਦੇ ਆਪਣੇ ਝੰਡੇ ਔਰ ਇਹਨਾਂ ਝੰਡਿਆਂ ਦੇ ਦਰਮਿਆਨ ਤਿਰੰਗਾ ਝੰਡਾ ਜਿਹਦੇ ਅਪਮਾਨ ਦੀ ਗੱਲ ਲਗਾਤਾਰ ਕਹੀ ਜਾ ਰਹੀ ਹੈ ਕਿ ਅਪਮਾਨ ਕੀਤਾ ਗਿਆ 26 ਜਨਵਰੀ ਨੂੰ ਤਿਰੰਗੇ ਝੰਡੇ ਦਾ, ਜਦ ਕਿ ਉਹਦਾ ਕੋਈ ਵੀ ਤੱਥ ਜਿਹੜਾ ਆ ਉਹ ਅਜੇ ਤੱਕ ਨਿਕਲ ਕੇ ਸਾਹਮਣੇ ਨਹੀਂ ਆਇਆ। ਸੋ ਲਗਾਤਾਰ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ। ਅੱਜ ਦੇਸ਼ ਭਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਜ਼ਬਰ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਔਰ ਇਸ ਜ਼ਬਰ ਵਿਰੋਧੀ ਦਿਵਸ ਦੇ ਦਰਮਿਆਨ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਆ, ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਔਰ ਇਹ ਰੋਸ ਰੈਲੀਆਂ ਕਰਨ ਦੇ ਨਾਲ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਰਾਸ਼ਟਰਪਤੀ ਦੇ ਨਾਮ ਚਿੱਠੀਆਂ, ਮੰਗ ਪੱਤਰ ਦਿੱਤੇ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਪੁਲਸੀਆ ਜ਼ਬਰ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਹੈ। ਹੁਣ ਇਹ ਜਦੋਂ ਮੰਗ ਪੱਤਰ ਰਾਸ਼ਟਰਪਤੀ ਤੱਕ ਪਹੁੰਚਣਗੇ, ਕੀ ਰਾਸ਼ਟਰਪਤੀ ਹੁਣੀ ਕੋਈ ਧਿਆਨ ਇਹਦੇ ਤੇ ਦੇਣਗੇ, ਕੋਈ ਕਦਮ ਪੁੱਟਣਗੇ ਜਾਂ ਫਿਰ ਇਹ ਇੱਕ ਰਵਾਇਤਨ ਤੌਰ ਤੇ ਮੰਗ ਪੱਤਰ ਬਣ ਕੇ ਰਹਿ ਜਾਣਗੇ ਤੇ ਇਹ ਰੋਸ ਮੁਜ਼ਾਹਰਿਆਂ ਦਾ ਸਿਲਸਿਲਾ ਇਸੇ ਤਰੀਕੇ ਨਾਲ ਲਗਾਤਾਰ ਚੱਲਦਾ ਰਹੇਗਾ। ਫਿਲਹਾਲ ਆਉਣ ਵਾਲਾ ਸਮਾਂ ਦੱਸੇਗਾ, ਪਰ ਇੱਕ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਦਿਨ ਬ ਦਿਨ ਇਸ ਅੰਦੋਲਨ ਦੇ ਕਈ ਰੰਗ ਦੇਖਣ ਨੂੰ ਮਿਲ ਰਹੇ ਆ ਔਰ ਇਹਨਾਂ ਰੰਗਾਂ ਦੇ ਦਰਮਿਆਨ ਕਈ ਤਰੀਕੇ ਨਾਲ ਲੋਕ ਆਪਣੀ ਆਵਾਜ਼ ਕੇਂਦਰ ਸਰਕਾਰ ਦੇ ਵਿਰੁੱਧ, ਉਹਦੇ ਕਾਨੂੰਨਾਂ ਦੇ ਵਿਰੁੱਧ, ਉਹਦੇ ਕਦਮਾਂ ਦੇ ਵਿਰੁੱਧ ਜਿਹੜੀ ਹੈ ਉਹ ਉਠਾ ਰਹੀ ਹੈ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਨਵਾਂ ਸ਼ਹਿਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।